अस्सलाम वालेकुम। ਜਦੋਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਨਾ ਬੰਦ ਕਰ ਦਿੰਦੇ ਹੋ ਨਾ, ਤੇ ਸਮਝ ਲਓ ਵੀ ਉਹਨਾਂ ਕੋਲ ਤੁਹਾਡਾ ਕੋਈ ਰਾਜ਼ ਨਹੀਂ। ਜਦੋਂ ਤੁਹਾਡਾ ਕਿਸੇ ਕੋਲ ਰਾਜ਼ ਨਹੀਂ ਨਾ, ਤੇ ਤੁਹਾਨੂੰ ਕੋਈ ਬੰਦਾ ਹਰਾ ਨਹੀਂ ਸਕਦਾ, ਤੁਹਾਡੀ ਕੰਡ ਨਹੀਂ ਲਾ ਸਕਦਾ। ਜਿੰਨੇ ਦੋਸਤ ਕਰੀਬ ਤੋਂ ਕਰੀਬ ਵੀ ਤੁਸੀਂ ਬਣਾਉਂਦੇ ਹੋ ਨਾ, ਸੋਚ ਸਮਝ ਕੇ ਬਣਾਇਆ ਕਰੋ, ਕਿਉਂਕਿ ਕੁਝ ਬੰਦੇ ਸਿਰਫ ਤੁਹਾਡੇ ਨਾਲ ਲੱਗੇ ਹੀ ਇਸ ਵਾਸਤੇ ਹੁੰਦੇ ਨੇ ਕਿ ਤੁਹਾਡੇ ਕੋਲੋਂ ਗੱਲਾਂ ਲੈ ਕੇ ਤੇ ਤੁਹਾਡੇ ਦੁਸ਼ਮਣਾਂ ਤੱਕ ਪਹੁੰਚਾਈਆਂ ਜਾਣ। ਔਰ ਦੁਸ਼ਮਣ ਤੱਕ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ ਉਹ ਤੁਹਾਡਾ ਕਰੀਬੀ ਹੀ ਲੈ ਸਕਦਾ, ਕਿਉਂਕਿ ਦੁਸ਼ਮਣ ਨਾਲ ਤੇ ਤੁਸੀਂ ਕਿਸੇ ਕਿਸਮ ਦੀ ਗੱਲ ਇਸ ਤਰ੍ਹਾਂ ਦੀ ਸ਼ੇਅਰ ਕਰਦੇ ਨਹੀਂ। ਤੁਹਾਡੇ ਜਿਹੜੇ ਖਾਸ ਹੁੰਦੇ ਨੇ, ਜਿਨ੍ਹਾਂ ਨਾਲ ਤੁਹਾਡੀ ਬੜੀ ਮੁਹੱਬਤ ਹੁੰਦੀ, ਉਹ ਤੁਹਾਡੇ ਨਾਲ ਲੱਗ ਕੇ, ਤੁਹਾਡੇ ਨਾਲ ਰਹਿ ਕੇ ਤੇ ਤੁਹਾਡੇ ਕੋਲ ਗੱਲਾਂ ਲੈ ਕੇ ਤੇ ਉਹ ਅੱਗੇ ਪਹੁੰਚਾਉਂਦੇ ਨੇ। ਇਹਨਾਂ ਤੋਂ ਬਾਜ਼ ਰਹੋ, ਇਹਨਾਂ ਦਾ ਖਾਸ ਖਿਆਲ ਰੱਖੋ। ਇਹਨਾਂ ਨਾਲ ਸਾਰੀ ਗੱਲ ਦਿਲ ਦੀ ਨਾ ਕਰੋ, ਬਲਕਿ ਇਹਨਾਂ ਨਾਲ ਕੋਈ ਮਸ਼ਵਰਾ ਨਾ ਕਰੋ, ਇਹਨਾਂ ਨਾਲ ਟਾਈਮ ਪਾਸ ਕਰੋ। ਅਗਰਚੇ ਉਹ ਆਹਿਸਤਾ ਆਹਿਸਤਾ ਤੁਹਾਨੂੰ ਛੱਡ ਵੀ ਜਾਣਗੇ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਨੂੰ ਇਹ ਸਾਰੀ ਗੱਲ ਨਹੀਂ ਦੱਸਦਾ ਹੈ। ਸੂਰਾ ਯੂਸਫ ਦੇ ਵਿੱਚ ਤੁਸੀਂ ਖੁਦ ਦੇਖਿਆ ਹੋਣਾ ਕਿ ਸਕੇ ਹਸਦ ਕਰ ਸਕਦੇ ਨੇ, ਆਪਣੇ ਜਦਾ ਹੋ ਸਕਦੇ ਨੇ, ਬਿਲਾ ਵਜ੍ਹਾ ਕੈਦ ਵੀ ਹੋ ਸਕਦੀ ਹੈ। ਔਰ ਬੜਾ ਕਰੀਬੀ ਵੀ ਕੋਈ ਯਾਰ ਹੋਵੇ ਜਾਂ ਬੜਾ ਕਰੀਬੀ ਵੀ ਕੋਈ ਆਪਣਾ ਹੋਵੇ, ਉਹਨੂੰ ਕੋਈ ਵੀ ਸਜ਼ਾ ਹੋ ਸਕਦੀ। ਲੇਕਿਨ ਅਗਰ ਤੁਸੀਂ ਹੱਕ 'ਤੇ ਹੋ ਤਾਂ ਅੱਲਾ ਦੁਆ ਜ਼ਰੂਰ ਕਬੂਲ ਕਰਦਾ ਹੈ। ਵਕਤ ਜ਼ਰੂਰ ਲੱਗਦਾ ਹੈ, ਲੇਕਿਨ ਦੁਆ ਜ਼ਰੂਰ ਕਬੂਲ ਕਰਦਾ ਹੈ। ਔਰ ਫਿਰ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਂ ਰਵੇਗਾ, ਅਗਰਚੇ ਤੁਸੀਂ ਸਹੀ ਹੱਕ 'ਤੇ ਹੋ। ਤੇ ਕਿਉਂਕਿ ਹਮੇਸ਼ਾ ਮੁਸ਼ਕਲਾਂ ਵਾਸਤੇ ਜਿਸ ਬੰਦੇ ਨੇ ਮੁਸ਼ਕਲਾਂ ਦੇਖੀਆਂ ਨਾ, ਅੱਲਾਹ ਤਾਲਾ ਅਜਰ ਵੀ ਉਹਨੂੰ ਹੀ ਦਿੰਦਾ ਹੈ ਔਰ ਆਸਾਨੀਆਂ ਵੀ ਉਹਦੇ ਵਾਸਤੇ ਪੈਦਾ ਕਰਦਾ ਹੈ। ਜਿਹੜਾ ਬੰਦਾ ਮੁਸ਼ਕਲਾਂ ਨਹੀਂ ਨਾ ਦੇਖਦਾ, ਉਹ ਸਮਝ ਲਓ ਕਿ ਸਾਰੀ ਜ਼ਿੰਦਗੀ ਐਸੇ ਤਰ੍ਹਾਂ ਗੁਜ਼ਾਰ ਦਿੰਦਾ ਕਿ ਜਿਸ ਤਰ੍ਹਾਂ ਉਹ ਦੁਨੀਆ 'ਤੇ ਆਏ ਕੋਈ ਨਹੀਂ ਹੈ, ਕਿਉਂਕਿ ਉਹਨੇ ਮੁਸ਼ਕਲਾਂ ਨਹੀਂ ਦੇਖੀਆਂ, ਉਹਨੇ ਮੁਸੀਬਤਾਂ ਦਾ ਸਾਹਮਣਾ ਨਹੀਂ ਕੀਤਾ। ਔਰ ਜਿਸ ਬੰਦੇ ਨੇ ਮੁਸੀਬਤਾਂ ਔਰ ਦੁੱਖਾਂ ਦਾ ਸਾਹਮਣਾ ਕੀਤਾ ਹੈ ਔਰ ਸ਼ਰੀਕਾਂ ਦੇ ਵਿੱਚ ਸਰਵਾਈਵ ਕੀਤਾ, ਤਰੱਕੀ ਕੀਤੀ ਹੈ, ਔਰ ਉਹਨਾਂ ਦੇ ਨਾਲ ਕੰਧਾ ਮਿਲਾ ਕੇ ਤੇ ਉਹਨਾਂ ਦੀ ਹਿੱਕ 'ਤੇ ਚੜ੍ਹ ਕੇ ਉਹਨਾਂ ਦੇ ਨਾਲ ਹਰ ਹਵਾਲੇ ਨਾਲ ਮੁਕਾਬਲਾ ਕੀਤਾ, ਨਾ ਉਹਨਾਂ ਦਾ ਰਹਿ ਜਾਂਦਾ। ਜਿਹੜੇ ਵਕਤੀ ਤੌਰ 'ਤੇ ਟਾਈਮ ਪਾਸ ਕਰਦੇ ਨੇ, ਉਹਨਾਂ ਦਾ ਥੋੜ੍ਹੇ ਦਿਨ ਵਾਸਤੇ ਤਾਂ ਨਾਂ ਹੁੰਦਾ ਹੈ ਕਿ ਵੀ ਇਹ ਜਾ ਰਿਹਾ ਤੇ ਆ ਰਿਹਾ, ਲੇਕਿਨ ਉਹਨਾਂ ਦਾ ਨਾਂ ਜ਼ਿਆਦਾ ਦੇਰ ਨਹੀਂ ਰਹਿੰਦਾ। ਅਗਰ ਤੁਸੀਂ ਕਿਸੇ ਨਾਲ ਟੁਰਦੇ ਹੋ ਤਾਂ ਤੁਸੀਂ ਮੁਫਲਸ ਟੁਰੋ, ਤੁਸੀਂ ਦਿਲੋਂ ਟੁਰੋ, ਤੁਹਾਡੇ ਦਿਲ 'ਚ ਮੈਲ ਨਹੀਂ ਹੋਣੀ ਚਾਹੀਦੀ। ਜੇ ਅਗਰ ਤੁਸੀਂ ਉਹਦੇ ਨਾਲ ਸਹੀ ਦਿਲੋਂ ਟੁਰੋਗੇ ਨਾ, ਤੇ ਇੱਕ ਵਕਤ ਆਵੇਗਾ ਅਗਰ ਤੁਸੀਂ ਉਹਨੂੰ ਛੱਡ ਵੀ ਦਿਓਗੇ ਜਾਂ ਉਹ ਤੁਹਾਨੂੰ ਛੱਡ ਵੀ ਦੇਗਾ, ਤੇ ਤੁਹਾਨੂੰ ਦੁੱਖ ਨਹੀਂ ਹੋਣ ਲਿਆ। ਉਹਨੂੰ ਦੁੱਖ ਜ਼ਰੂਰ ਹੋਵੇਗਾ, ਲੇਕਿਨ ਤੁਹਾਨੂੰ ਦੁੱਖ ਨਹੀਂ ਹੋਣ ਲਿਆ ਕਿ ਬਈ ਮੈਂ ਇਹਦੇ ਨਾਲ ਮਾੜੀ ਕੀਤੀ। ਅਗਰ ਤੁਸੀਂ ਸਹੀ ਹੋ, ਨੀਅਤ ਤੁਹਾਡੀ ਸਾਫ਼ ਹੈ, ਤੇ ਫਿਰ ਅਗਲੇ ਦੇ ਖੌਫ ਤੋਂ ਨਹੀਂ ਡਰੀਦਾ ਕਿ ਵੀ ਅਗਲਾ ਕੀ ਕਰੇਗਾ, ਉਹਦੇ ਜ਼ਿਹਨ 'ਚ ਕੀ ਆ ਰਿਹਾ, ਉਹਨੂੰ ਕੀ ਖਿਆਲ ਆ ਰਹੇ ਨੇ, ਉਹ ਉਹਦਾ ਮਸਲਾ। ਤੁਸੀਂ ਦਿਲੋਂ ਹੋ ਕੇ ਟੁਰੋ, ਔਰ ਅੱਲਾ ਤੁਹਾਨੂੰ ਜ਼ਰੂਰ ਇੱਕ ਵਕਤ ਆਵੇਗਾ ਕਿ ਤੁਹਾਨੂੰ ਕਾਮਯਾਬ ਕਰੇਗਾ। ਔਰ ਹਮੇਸ਼ਾ ਜਿੱਤ ਉਸੇ ਬੰਦੇ ਦੀ ਹੋਈ ਹੈ ਜਿਹੜਾ ਹੱਕ 'ਤੇ, ਭਾਵੇਂ ਉਹ ਕਈ ਸਾਲ ਜੇਲ੍ਹ ਦੇ ਵਿੱਚ ਹੋਵੇ, ਕਈ ਸਾਲ ਮੁਲਕ ਬਦਲ ਹੋਵੇ, ਕਈ ਸਾਲ ਇਲਾਕਾ ਬਦਲ ਹੋਵੇ, ਜਾਂ ਜਿੱਥੇ ਮਰਜ਼ੀ ਚਲਾ ਜਾ, ਅਗਰ ਉਹ ਹੱਕ 'ਤੇ ਲੋਕ ਪਿੱਛੋਂ ਅਕਸਰ ਤੁਸੀਂ ਦੇਖਿਆ ਹੋਣਾ ਕਿ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਨੇ ਕਿ ਫਲਾਣਾ ਬੰਦਾ ਚੰਗਾ ਸੀ। ਜਿਹੜਾ ਬੰਦਾ ਬੁਰਾ ਹੋਵੇ ਉਹ ਬੇਸ਼ੱਕ ਆਪਣੇ ਪਿੰਡ ਦੇ ਵੀ ਵਿੱਚ ਹੋਵੇ, ਆਪਣੇ ਕੋਲ ਵੀ ਹੋਵੇ, ਆਪਣੇ ਕਰੀਬ ਵੀ ਹੋਵੇ, ਅਗਰ ਉਹ ਬੁਰਾ ਹੈ ਨਾ, ਤੇ ਲੋਕ ਸਾਹਮਣੇ ਚੰਦ ਮਿੰਟਾਂ ਵਾਸਤੇ ਅਗਰ ਤੁਹਾਡੀ ਅੱਛਾਈ ਕਰ ਵੀ ਰਹੇ ਨੇ, ਲੇਕਿਨ ਪਿੱਛੋਂ ਲੋਕ ਗਾਲਾਂ ਕੱਢਦੇ ਨੇ। ਉਹ ਤੁਹਾਨੂੰ ਇਸ ਗੱਲ ਦਾ ਪਤਾ, ਕੋਈ ਐਸਾ ਬੰਦਾ ਨਹੀਂ ਜਿਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੈਨੂੰ ਲੋਕ ਪਿੱਛੋਂ ਕੀ ਆਖਦੇ ਨੇ। ਇਹ ਝੂਠ ਹੈ ਕਿ ਕੋਈ ਬੰਦਾ ਕਹੇ ਕਿ ਵੀ ਮੇਰੇ ਸਾਹਮਣੇ ਲੋਕ ਸਹੀ ਨੇ, ਚੰਗਾ ਮੈਨੂੰ ਆਖਦੇ ਨੇ, ਤੇ ਮੈਂ ਪਿੱਛੋਂ ਵੀ ਚੰਗਾ ਹੀ ਹਾਂ। ਉਹਨੂੰ ਸਭ ਪਤਾ ਹੁੰਦਾ, ਕਿਉਂਕਿ ਉਹਨੇ ਕੀਤਾ ਹੁੰਦਾ, ਉਹਨੇ ਜ਼ੁਲਮ ਕੀਤਾ ਹੁੰਦਾ। ਔਰ ਜ਼ੁਲਮ 'ਤੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਉਹ ਇਹ ਕਹੇ ਕਿ ਵੀ ਮੈਂ ਜ਼ੁਲਮ ਵੀ ਕਰਾਂ ਔਰ ਮੈਨੂੰ ਕੋਈ ਅੱਛੇ ਲਫ਼ਜ਼ਾਂ ਨਾਲ ਯਾਦ ਵੀ ਕਰੇ। ਇਸ ਤਰ੍ਹਾਂ ਨਹੀਂ ਹੁੰਦਾ। ਪਤਾ ਉਹਨੂੰ ਜ਼ਰੂਰ ਹੁੰਦਾ, ਲੇਕਿਨ ਬੇਸ਼ਰਮੀ ਦੀ ਤਰ੍ਹਾਂ ਉਹ ਜ਼ਿੰਦਗੀ ਗੁਜ਼ਾਰਦਾ ਹੈ ਔਰ ਢੀਠ ਹੁੰਦਾ। ਢੀਠ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਈ ਅਗਲਾ ਬੰਦਾ ਕੀ ਸੋਚਦਾ। ਉਹਨੇ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਗੁਜ਼ਾਰਨੀ ਹੈ, ਔਰ ਉਹਨੂੰ ਇੰਝ ਹੀ ਲੱਗ ਰਿਹਾ ਹੁੰਦਾ ਕਿ ਲੋਕਾਂ ਨੂੰ ਕੋਈ ਪਤਾ ਨਹੀਂ, ਲੇਕਿਨ ਪਤਾ ਉਹਨੂੰ ਵੀ ਹੁੰਦਾ ਅਤੇ ਪਤਾ ਲੋਕਾਂ ਨੂੰ ਵੀ ਹੁੰਦਾ। ਲਿਹਾਜ਼ਾ ਤੁਸੀਂ ਜਿਹੜਾ ਮੁਫਲਸ ਗੁਜ਼ਾਰੋ, ਸਹੀ ਗੁਜ਼ਾਰੋ, ਨੇਕ ਨਿਯਤੀ ਨਾਲ ਗੁਜ਼ਾਰੋ, ਔਰ ਆਪਣੀ ਤਰਫੋਂ ਗੱਲ ਨਹੀਂ ਰਹਿਣੀ ਚਾਹੀਦੀ। ਅਗਰ ਤੁਹਾਡੀ ਤਰਫੋਂ ਨਹੀਂ ਰਹੀ, ਅਗਲੇ ਦੀ ਤਰਫੋਂ ਰਹਿੰਦੀ ਹੈ, ਤਾਂ ਕੋਈ ਦੁੱਖ ਨਹੀਂ, ਉਸ ਗੱਲ ਦਾ ਕੋਈ ਦੁੱਖ ਨਹੀਂ ਕਿ ਉਹ ਤੁਹਾਨੂੰ ਛੱਡ ਗਿਆ ਜਾਂ ਉਹ ਚਲਾ ਗਿਆ ਜਾਂ ਉਹਨੇ ਕੋਈ ਹੋਰ ਬਣਾ ਲਿਆ। ਟਾਈਮ ਵਕਤ ਗੁਜ਼ਰ ਜਾਂਦਾ, ਲੇਕਿਨ ਇੱਕ ਵਕਤ ਜ਼ਰੂਰ ਆਉਂਦਾ ਕਿ ਉਹ ਵਾਪਸ ਤੁਹਾਨੂੰ ਜ਼ਰੂਰ ਯਾਦ ਕਰੇਗਾ
ਕਿ ਬਈ ਮੇਰੇ ਨਾਲ ਇੱਕ ਲਮੇ ਵਾਸਤੇ, ਇੱਕ ਦਿਨ ਵਾਸਤੇ, ਇੱਕ ਘੰਟੇ ਵਾਸਤੇ ਮੇਰੇ ਕੋਲੇ ਬਵੇ, ਲੇਕਿਨ ਫਿਰ ਉਹ ਵਕਤ ਗੁਜ਼ਰ ਜਾਂਦਾ। ਤੁਸੀਂ ਨੀਅਤ ਸਾਫ਼ ਕਰਕੇ ਉਹਦੇ ਨਾਲ ਚੱਲੋ ਵੀ ਔਰ ਉਹਨੂੰ ਛੱਡੋ, ਲੇਕਿਨ ਨੀਅਤ 'ਚ ਖਲਲ ਨਹੀਂ ਹੋਣਾ ਚਾਹੀਦਾ। ਅੱਲਾਹ ਕਹਿੰਦਾ ਕਿ ਅਗਰ ਤੁਹਾਡੀ ਨੀਅਤ ਸਹੀ ਹੈ ਨਾ, ਤੇ ਫਿਰ ਮੈਨੂੰ ਪਤਾ, ਮੈਂ ਦਿਲਾਂ ਦੇ ਭੇਦ ਜਾਣਨਾ, ਮੈਂ ਤੁਹਾਡੇ ਅੰਦਰ ਦੀ ਸੋਚ ਜਾਣਨਾ, ਤੁਹਾਡੇ ਖਿਆਲ ਜਾਣਨਾ ਕਿ ਤੁਸੀਂ ਕੀ ਸੋਚ ਰਹੇ ਹੋ, ਮੈਨੂੰ ਸਭ ਪਤਾ ਹੈ। ਔਰ ਅਗਰ ਉਹਨੂੰ ਸਹੀ ਪਤਾ ਹੈ ਔਰ ਉਹ ਸਭ ਜਾਣਦਾ ਹੈ, ਤੇ ਫਿਰ ਤੁਹਾਨੂੰ ਇਸ ਗੱਲ ਦਾ ਵਹਿਮ ਨਹੀਂ ਹੋਣਾ ਚਾਹੀਦਾ ਕਿ ਬਈ ਅਗਲਾ ਬੰਦਾ ਮੇਰੇ ਬਾਰੇ 'ਚ ਕੀ ਸੋਚ ਰਿਹਾ, ਕਿਉਂਕਿ ਅੱਲਾਹ ਸਭ ਜਾਣਦਾ ਹੈ। ਤੁਸੀਂ ਉਹਦੇ 'ਤੇ ਤਵੱਕਲ ਕਰਕੇ ਆਪਣੀ ਜ਼ਿੰਦਗੀ ਗੁਜ਼ਾਰੋ, ਲੇਕਿਨ ਬਚੋ ਉਹਨਾਂ ਲੋਕਾਂ ਤੋਂ ਜਿਹੜੇ ਮੁਨਾਫਿਕ ਨੇ। ਇੰਨਾ ਦੁਸ਼ਮਣ ਤੋਂ ਖੌਫ ਨਾ ਕਰੋ ਜਿੰਨਾ ਮੁਨਾਫਿਕ ਤੋਂ ਕਰੋ, ਕਿਉਂਕਿ ਉਹਦਾ ਭਰੋਸਾ ਕੋਈ ਨਹੀਂ। ਉਹ ਤੁਹਾਡੇ ਨਾਲ ਰਹਿ ਰਿਹਾ, ਤੁਹਾਡੇ ਨਾਲ ਖਾ ਰਿਹਾ, ਪੀ ਰਿਹਾ, ਰਹਿ ਰਿਹਾ, ਜਾ ਰਿਹਾ, ਆ ਰਿਹਾ, ਲੇਕਿਨ ਤੁਹਾਨੂੰ ਇੱਕ ਲਮੇ ਵਾਸਤੇ ਵੀ ਕੋਈ ਪਤਾ ਨਹੀਂ, ਕਿਸੇ ਟਾਈਮ ਵੀ ਤੁਹਾਨੂੰ ਉਹ ਧੋਖਾ ਦੇ ਸਕਦਾ, ਜਾਂ ਤੁਹਾਡੀ ਮੂੰਹ 'ਚੋਂ ਨਿਕਲੀ ਹੋਈ ਮਜ਼ਾਕ ਦੇ ਨਾਲ ਵੀ ਜਿਹੜੀ ਗੱਲ ਹੈ ਉਹ ਅੱਗੇ ਕਿਸੇ ਨਾਲ ਸ਼ੇਅਰ ਕਰ ਸਕਦਾ, ਔਰ ਸ਼ੇਅਰ ਕਰਕੇ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ, ਜਾਂ ਇੱਕ ਨਫ਼ਰਤ ਦਾ ਬਹੁਤ ਬੜਾ ਅਲਮ ਖੜਾ ਕਰ ਸਕਦਾ ਹੈ। ਜੀ ਇਸ ਬੰਦੇ ਨੇ ਭਾਵੇਂ ਮਜ਼ਾਕ ਨਾਲ ਹੀ ਆਖਿਆ, ਲੇਕਿਨ ਆਖਿਆ, ਕਿਉਂਕਿ ਗੱਲ ਲੋਕ ਜਦੋਂ ਬਣਾਉਣਾ ਚਾਹੁੰਦੇ ਨੇ ਤੇ ਫਿਰ ਉਸ ਗੱਲ ਨੂੰ ਮਜ਼ਾਕ ਵਾਲੀ ਨੂੰ ਵੀ ਬੜਾ ਸੀਰੀਅਸ, ਔਰ ਸੀਰੀਅਸ ਵਾਲੀ ਨੂੰ ਤੇ ਫਿਰ ਅਸਮਾਨਾਂ 'ਤੇ ਲੈ ਜਾਂਦੇ ਨੇ। ਇਸ ਵਾਸਤੇ ਇਹੋ ਜਿਹੇ ਬੰਦੇ ਦੇ ਨਾਲ ਬਿਲਕੁਲ ਮੁਤਾਤ ਰਹੋ ਕਿ ਜਿਹੜਾ ਦੋਵੇਂ ਪਾਸੇ ਬਹਿੰਦਾ ਹੈ, ਉਹਦੀ ਬੈਠਕ ਦਾ, ਉਹਦੇ ਫੋਨ ਦਾ, ਉਹਦੇ ਜਾਣ ਆਉਣ ਦਾ, ਉਹ ਅਗਰ ਮਹੀਨੇ 'ਚ ਵੀ ਇੱਕ ਦਫਾ ਤੁਹਾਨੂੰ ਧੋਖਾ ਦੇ ਸਕਦਾ ਨਾ, ਤਾਂ ਉਹ ਫਿਰ ਤੁਹਾਨੂੰ ਕਿਸੇ ਟਾਈਮ ਵੀ ਦੇ ਸਕਦਾ ਹੈ। ਜ਼ਰੂਰੀ ਨਹੀਂ ਕਿ ਅੱਜ ਉਹਨੂੰ 10 ਦਿਨ ਹੋ ਗਏ ਨੇ, ਅੱਜ ਉਹਨੂੰ ਮਹੀਨਾ ਹੋ ਗਿਆ, ਉਹਨੂੰ 15 ਦਿਨ ਹੋਏ ਨੇ, ਉਹ ਨਹੀਂ ਮਿਲਿਆ। ਸਮਝ ਲਓ ਇਕੱਠਾ ਕਰ ਰਿਹਾ, ਉਹ ਤੁਹਾਡੇ ਕੋਲੋਂ ਮਵਾਦ ਇਕੱਠਾ ਕਰ ਰਿਹਾ, ਔਰ ਇੱਕੇ ਦਫਾ ਉਹ ਉਗਲੇਗਾ। ਤੇ ਐਸੇ ਲੋਕਾਂ ਦੇ ਨਾਲ ਆਪਣਾ ਟਾਈਮ ਜ਼ਾਇਆ ਵੀ ਨਾ ਕਰੋ, ਉਹਨਾਂ ਨਾਲ ਬਵੋ ਖਲੋਵੋ ਵੀ ਨਾ, ਉਹਨਾਂ ਨਾਲ ਉਹਦੇ ਤੋਂ ਮੁਤਾਦ ਰਹੋ। ਬਸ ਉਹ ਅਗਰ ਆ ਵੀ ਜਾਂਦਾ ਤੇ ਬਸ ਠੀਕ ਹੈ, ਬਹਿ ਜਾਏ, ਟੁਰ ਜੇ, ਲੇਕਿਨ ਉਹਦੇ ਨਾਲ ਕਿਸੇ ਕਿਸਮ ਦੀ ਕੋਈ ਗੱਲ ਸ਼ੇਅਰ ਨਾ ਕਰੋ, ਕਿਉਂਕਿ ਇਹ ਸਭ ਤੋਂ ਵੱਡਾ ਤੁਹਾਡਾ ਨੁਕਸਾਨ ਉਹ ਬੰਦਾ ਜਿਹੜਾ ਤੁਹਾਡੇ ਕੋਲ ਬਹਿੰਦਾ। ਜਿਹੜਾ ਤੁਹਾਡੇ ਕੋਲ ਬਹਿੰਦਾ ਨਹੀਂ, ਦੂਰ ਹੈ, ਉਹ ਤੁਹਾਨੂੰ ਕਦੇ ਨੁਕਸਾਨ ਨਹੀਂ ਦੇ ਸਕਦਾ, ਕਿਉਂਕਿ ਉਹਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਅਗਰ ਮੈਂ ਇਹਨੂੰ ਨੁਕਸਾਨ ਦਿੱਤਾ ਤਾਂ ਮੈਨੂੰ ਹੋ ਸਕਦਾ ਮੇਰੇ ਤੋਂ ਜ਼ਿਆਦਾ ਨੁਕਸਾਨ ਦੇ, ਹੋ ਸਕਦਾ ਇਹਦੇ ਕੋਲ ਮੇਰੇ ਤੋਂ ਜ਼ਿਆਦਾ ਤਲਕ ਹੋਵਣ, ਸੋਰਸਿਸ ਹੋਵਣ, ਜ਼ਿਆਦਾ ਮਾਮਲਾਤ ਹੋਵਣ। ਲੇਕਿਨ ਉਹ ਬੰਦਾ ਜਿਹੜਾ ਤੁਹਾਡੇ ਕੋਲ ਹੈ, ਉਹਨੂੰ ਤੁਹਾਡਾ ਸਾਰਾ ਪਤਾ ਹੈ ਕਿ ਇਸ ਬੰਦੇ ਦੇ ਇੰਨੇ ਕੁ ਰਿਸੋਰਸਿਸ ਨੇ, ਇੰਨੇ ਕੁ ਤਲਕ ਨੇ, ਇੱਥੇ ਜਾਂਦਾ ਹੈ, ਇੱਥੇ ਬਹਿੰਦਾ ਹੈ, ਇਹ ਖਾਣ ਨੂੰ, ਇਹ ਪੀਣ ਨੂੰ, ਇਹ ਜੇਬ ਵਿੱਚ, ਸਾਰਾ ਉਹਨੂੰ ਪਤਾ ਹੁੰਦਾ। ਉਹਦੇ ਤੋਂ ਬਚਣਾ, ਉਸ ਤੋਂ ਨਹੀਂ ਬਚਣਾ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ। ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਦੇ ਸਕਦਾ ਜਦ ਤੱਕ ਤੁਹਾਡਾ ਕਰੀਬੀ ਜਿਹੜਾ ਤੁਹਾਡੇ ਕੋਲ ਬੈਠਾ ਹੈ ਉਹ ਤੁਹਾਨੂੰ ਨੁਕਸਾਨ ਨਾ ਦੇ। ਠੀਕ ਹੈ, ਉਹਨਾਂ ਲੋਕਾਂ ਤੋਂ ਬਚੋ। ਅੱਲਾਹ ਦੇ ਵਾਲੇ ਦੁਆਵਾਂ ਯਾਦ ਰੱਖਿਓ। ਗੱਲ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਓ, ਤਾਂ ਕਿ ਕਿਸੇ ਹੋਰ ਭਰਾ ਤੱਕ, ਕਿਸੇ ਹੋਰ ਲੱਗਦੇ ਤੱਕ ਮੈਸੇਜ ਜਾਏ। ਔਰ ਮਾਸਲਾਮ।